गुड मॉर्निंग सिक्स क्लास। थोड़ा अज का टॉपिक है हर्षवर्धन काल 600 तो 650 ईस्वी 550वीं ईस्वी विच गुप्त साम्राज के पतन तो बाद उत्तरी भारत कई छोटे छोटे सुतंत्र राज्यों में वंडिया गया। कनौज ने मोखरी, मगध के परवर्ती, गुप्त, गुजरात के मैत्रक और बंगाल के शंशाक इन्हां विचों कुछ सन। इन्हां विचों एक महत्वपूर्ण वंश पुशियापूती सी जिस ने अजकल के हरियाणे के कुरुक्षेत्र इलाके विच अपना राज शुरू किया सी। इन्हां दी राजधानी स्थानेश्वर वर्तमान थानेसर सी। वर्तमान हुण उहदा नाम थानेसर है। ਇਹਦੇ ਵਿੱਚ ਆਪਾਂ हर्षवर्धन बारे पढ़ांगे रजे। हर्षवर्धन कौन सी? वैसे मैं तुहानूं पहलां दसदी हां। हर्षवर्धन पुशियापुती वंश का एक सब तो प्रसिद्ध राजा सी। उसके पिता का नाम प्रभाकर वर्धन ਅਤੇ ਵੱਡੇ ਭਰਾ ਦਾ ਨਾਮ ਰਾਜਵਰਧਨ ਸੀ। ਉਹ ਆਪਣੇ ਵੱਡੇ ਭਰਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ 606 ਈਸਵੀ ਵਿੱਚ ਰਾਜਗੱਦੀ ਤੇ ਬੈਠਾ। ਹਰਸ਼ਵਰਧਨ ਦੇ ਵੱਡੇ ਭਰਾ ਰਾਜਵਰਧਨ ਅਤੇ ਜੀਜੇ ਗ੍ਰਹਿਵਰਮਨ ਜੋ ਕਿ ਮੋਖਰੀ ਵੰਸ਼ ਦਾ ਰਾਜਾ ਸੀ, ਗ੍ਰਹਿਵਰਮਨ ਮੋਖਰੀ ਵੰਸ਼ ਦਾ ਰਾਜਾ ਸੀ, ਨੂੰ ਬੰਗਾਲ ਦੇ ਰਾਜਾ ਸ਼ਸ਼ਾਂਕ ਨੇ ਮਾਲਵੇ ਦੇ ਰਾਜੇ ਨਾਲ ਮਿਲਾ ਕੇ ਮਾਰ ਦਿੱਤਾ ਸੀ। ਗੁਰੂ ਗੱਦੀ ਕਿਵੇਂ ਪ੍ਰਾਪਤ ਹੋਈ ਸੀ? ਪਿਤਾ ਦੀ ਮੌਤ ਤੋਂ ਬਾਅਦ ਰਾਜਵਰਧਨ ਪੁਸ਼ਿਆਪੁਤੀ ਵੰਸ਼ ਦਾ ਸ਼ਾਸਕ ਬਣਿਆ। ਬੰਗਾਲ ਦੇ ਰਾਜੇ ਸ਼ਾਸਕ ਨੇ ਉਸ ਨੂੰ ਧੋਖੇ ਨਾਲ ਮਾਰ ਦਿੱਤਾ। ਇਸ ਲਈ ਹਰਸ਼ਵਰਧਨ ਆਪਣੇ ਵੱਡੇ ਭਰਾ ਦੀ ਮੌਤ ਤੋਂ ਬਾਅਦ 606 ਈਸਵੀ ਵਿੱਚ ਰਾਜਗੱਦੀ ਤੇ ਬੈਠਾ। ਉਸਨੇ ਆਪਣੀ ਰਾਜਧਾਨੀ ਸਥਾਨੇਸ਼ਵਰ ਤੋਂ ਬਦਲ ਕੇ ਕਨੌਜ ਬਣਾ ਲਈ ਸੀ ਅਤੇ ਫਿਰ ਉਹ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਦੇ ਕੰਮ ਵਿੱਚ ਲੱਗ ਗਿਆ ਸੀ। ਇਹ ਮੈਂ ਤੁਹਾਨੂੰ ਉਂਝ ਜਨਰਲ 'ਚ ਦੱਸਿਆ, ਇਹ ਆਪਾਂ ਕੁਐਸਚਨ ਬਣਾਵਾਂਗੇ ਅਤੇ ਹੁਣ ਪੜ੍ਹੂੰਗੀ ਜਿਹੜਾ ਮੈਂ ਪੈਰਾ ਉਹਦੇ 'ਚ ਇਹ ਸਭ ਕੁਝ ਹੋਊਗਾ। ਤੁਸੀਂ ਇਹ ਗੱਲ ਯਾਦ ਰੱਖਣੀ ਹੈ, ਰਾਜਗੱਦੀ 'ਤੇ ਉਦੋਂ ਬੈਠੇ ਸੀ ਜਦੋਂ ਉਹਨਾਂ ਦੇ ਜੀਜੇ ਨੂੰ ਵੀ ਮਾਰਤਾ ਸੀ, ਉਹਦੇ ਵੱਡੇ ਭਰਾ ਨੂੰ ਵੀ ਮਾਰਤਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਥਾਨੇਸ਼ਵਰ ਤੋਂ ਬਦਲ ਕੇ ਆਪਣੀ ਰਾਜਧਾਨੀ ਕਨੌਜ ਬਣਾ ਲਈ ਸੀ ਅਤੇ ਉੱਥੋਂ ਦੇ ਸਾਮਰਾਜ ਨੂੰ ਵਧਾਉਣ ਲਈ ਕੰਮ ਕਰਨ 'ਚ ਜੁਟ ਗਏ ਸੀ। पहली लाइन यही लिखी है, हर्षवर्धन ने राजगद्दी ते बैठन तो बाद अपनी राजधानी कनौज बना ली। एक क्वेश्चन आऊगा, चाहे वो खाली थावां आन, चाहे एक वन वर्ड दा आवे, चाहे MCQs आन। MCQs मल्टीपल चॉइस क्वेश्चन, कई सारे आंसर दिते हुंदे, एक चुनना हुंदा। वो दोनों राजा मोखरी ਅਤੇ पुशियापुती ਦਾ सम्राट बन गया। मोखरी क्योंकि जीजे ਦੀ ਸੀ, जीजा भी मर गया ਸੀ, ठीक है। पुशियापुती ਉਹਦੇ ਭਰਾ ਕੋਲ ਸੀ, ਉਹਨਾਂ ਦੀ ਆਪਦੀ ਸੀ। ਉਸਨੇ ਆਪਣੇ ਭਰਾ ਅਤੇ ਜੀਜੇ ਦੀ ਮੌਤ ਦਾ ਬਦਲਾ ਲੈਣ ਦੀ ਕਸਮ ਚੁੱਕੀ ਅਤੇ ਕੁਝ ਸਾਲਾਂ ਬਾਅਦ ਸ਼ਸ਼ਾਂਕ ਨੂੰ ਮਾਰ ਕੇ ਬੰਗਾਲ ਉੱਤੇ ਜਿੱਤ ਪ੍ਰਾਪਤ ਕਰ ਲਈ। ਉਹ ਹੋਰ ਵੀ ਬਹੁਤ ਸਾਰੇ ਖੇਤਰ ਜਿੱਤ ਕੇ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣ ਗਿਆ। ਉਸਨੇ ਦੱਖਣੀ ਭਾਰਤ ਦੇ ਚਾਲੁਕਿਆ ਵੰਸ਼ ਦੇ ਰਾਜਾ ਪੁਲਾਕੇਸ਼ਿਨ ਦੂਜੇ 'ਤੇ ਵੀ ਹਮਲਾ ਕੀਤਾ, ਪਰੰਤੂ ਇਸ ਯੁੱਧ ਵਿੱਚ ਉਸ ਨੂੰ ਜਿੱਤ ਪ੍ਰਾਪਤ ਨਹੀਂ ਹੋਈ। ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਣਨ ਉਸਦੇ ਦਰਬਾਰੀ ਕਵੀ ਬਾਣ ਭੱਟ ਨੇ ਹਰਸ਼ਚਰਿਤ ਨਾਮ ਦੀ ਪੁਸਤਕ ਵਿੱਚ ਲਿਖਿਆ ਹੈ। ਇਹ ਲਾਈਨ ਨੂੰ ਯਾਦ ਕਰਨਾ, ਤੁਹਾਨੂੰ ਪੁੱਛਿਆ ਜਾਊਗਾ। ਇਹ ਅਗਲਾ ਇਹ ਵੀ ਆਊਗਾ ਕਿ ਬਹੁਤ ਵਾਰੀ ਪੁੱਛਦੇ ਆ, ਚੀਨੀ ਯਾਤਰੀ ਕੌਣ ਸੀ ਜਿਹੜਾ ਭਾਰਤ ਵਿੱਚ ਆਇਆ ਸੀ? ਹਿਊਨ-ਸਾਂਗ ਹਰਸ਼ ਦੇ ਸਮੇਂ, ਹਰਸ਼ਵਰਧਨ ਦੇ ਸਮੇਂ। ਇਹ ਵੀ ਪੁੱਛਿਆ ਜਾਊਗਾ ਕਿ ਹਿਊਨ-ਸਾਂਗ ਕਿਹੜੇ ਕਾਲ 'ਚ ਜਾਂ ਕਿਹੜੇ ਰਾਜ ਦੇ ਵਿੱਚ ਭਾਰਤ ਵਿੱਚ ਆਇਆ ਸੀ? ਤੁਸੀਂ ਕਹੋਗੇ ਹਰਸ਼ਵਰਧਨ ਦੇ ਰਾਜ ਵਿੱਚ ਭਾਰਤ ਵਿੱਚ ਆਇਆ ਸੀ ਅਤੇ ਉਸ ਦੇ ਦਰਬਾਰ ਵਿੱਚ ਸ਼ਾਹੀ ਮਹਿਮਾਨ ਬਣ ਕੇ ਰਿਹਾ। ਹਰਸ਼ਵਰਧਨ ਆਪ ਵੀ ਉੱਚ ਕੋਟੀ ਦਾ ਵਿਦਵਾਨ ਸੀ। ਇਹ ਲਾਈਨ ਅਗਲੀ ਟਿਕ ਕਰ ਲਓ। ਇਸ ਨੂੰ ਸੰਸਕ੍ਰਿਤ ਦੇ 3 ਨਾਟਕਾਂ ਪ੍ਰਿਯਦਰਸ਼ਿਕਾ, ਰਤਨਾਵਲੀ ਅਤੇ ਨਾਗਾਨੰਦ ਦਾ ਲੇਖਕ ਮੰਨਿਆ ਜਾਂਦਾ ਹੈ। ਹਰਸ਼ਵਰਧਨ ਸ਼ੈਵ ਧਰਮ ਨੂੰ ਮੰਨਦਾ ਸੀ, ਪਰੰਤੂ ਉਹ ਬਾਕੀ ਧਰਮਾਂ ਦਾ ਵੀ ਆਦਰ ਕਰਦਾ ਸੀ। ਬੁੱਧ ਧਰਮ ਵਿੱਚ ਉਸ ਨੂੰ ਵਿਸ਼ੇਸ਼ ਸ਼ਰਧਾ ਸੀ। ਇਹ ਲਾਈਨ ਟਿਕ ਕਰ ਲਓ। ਹਰਸ਼ਵਰਧਨ ਬੁੱਧ ਧਰਮ ਨੂੰ ਬਹੁਤ ਜ਼ਿਆਦਾ ਸ਼ਰਧਾ ਸੀ, ਵੈਸੇ ਸ਼ੈਵ ਧਰਮ ਨੂੰ ਸ਼ਿਵ ਜੀ ਨੂੰ ਮੰਨਦੇ ਸੀ। ਉਸਨੇ ਹਿਊਨ-ਸਾਂਗ ਦੀ ਪ੍ਰਧਾਨਗੀ ਵਿੱਚ ਕਨੌਜ ਵਿੱਚ ਬੌਧ ਸਭਾ ਕੀਤੀ ਸੀ। ਪ੍ਰਯਾਗ ਜੋ ਇਲਾਹਾਬਾਦ ਹੈ ਹੁਣ, ਜਿਹਦਾ ਨਾਮ ਵਿੱਚ ਵੀ ਉਹ ਹਰ 5 ਸਾਲਾਂ ਬਾਅਦ ਸਭਾਵਾਂ ਕਰਦਾ ਸੀ। ਕਿਹਾ ਜਾਂਦਾ ਹੈ ਕਿ ਇੱਕ ਅਜਿਹੀ ਸਭਾ ਵਿੱਚ ਉਸ ਨੇ ਆਪਣਾ ਸਾਰਾ ਧਨ ਦਾਨ ਕਰ ਦਿੱਤਾ ਸੀ। ਲਗਭਗ 647 ਈਸਵੀ ਵਿੱਚ ਹਰਸ਼ਵਰਧਨ ਦੀ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਪੁਸ਼ਿਆਪੁਤੀ ਵੰਸ਼ ਦਾ ਵੀ ਅੰਤ ਹੋ ਗਿਆ। ਬਾਣ ਭੱਟ ਦਾ ਹਰਸ਼ਚਰਿਤ ਅਤੇ ਇੱਕ ਚੀਨੀ ਹਿਊਨ-ਸਾਂਗ ਦਾ ਬਿਰਤਾਂਤ ਹਰਸ਼ਕਾਲ ਬਾਰੇ ਪ੍ਰਾਪਤ ਕਰਨ ਦੇ ਪ੍ਰਸਿੱਧ ਸਰੋਤ ਹਨ।
शासन प्रबंध मतलब कित्थे शासन किवें सी, कौन राजा सी, किवें सी, वो सारा कुछ मैं तुहानूं एक होर चीज़ दस दिंदी हाँ। शासन प्रबंध विच मैं तुहानूं समझाता। शासन प्रबंध विच हर्षवर्धन दे काल विच एक राजा सी जो आप सी, फिर उहदे मंत्री सी ते होर अधिकारी सी जिहड़े राजे दी डिसीजन लैन विच, कोई फैसले लैन विच मदद करदे सन। फिर उहदे शासन नूं प्रांतां विच वंडिया होया सी ते एक प्रांत नूं भुगती वर्ड आऊगा कहंदे सन। फिर प्रांतां नूं अगे ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ। ਹੁਣ ਜ਼ਿਲ੍ਹੇ ਨੂੰ ਸਾਂਭਣ ਲਈ ਵੀ ਕੋਈ ਨਾ ਕੋਈ ਚਾਹੀਦਾ ਹੀ ਹੁੰਦਾ ਸੀ। ਫਿਰ ਜ਼ਿਲ੍ਹੇ ਨੂੰ ਸਾਂਭਣ ਲਈ ਵੀ ਇੱਕ ਪਰਸਨ ਰੱਖਿਆ ਹੁੰਦਾ ਸੀ। ਆਪਾਂ ਪੜਾਂਗੇ ਕੀ ਕਹਿੰਦੇ ਸੀ, ਮੇਰੇ ਦਿਮਾਗ 'ਚੋਂ ਸਕਿਪ ਕਰ ਗਿਆ। ਦੈਨ ਉਸ ਤੋਂ ਬਾਅਦ ਹੈ ਜ਼ਿਲ੍ਹਾ, ਪ੍ਰਾਂਤ ਤੋਂ ਬਾਅਦ ਜ਼ਿਲ੍ਹੇ, ਜ਼ਿਲ੍ਹੇ ਤੋਂ ਬਾਅਦ ਤਾਲੁਕ ਤੇ ਪਿੰਡ। ਹਰੇਕ ਪ੍ਰਾਂਤ ਨੂੰ ਤਹਿਸੀਲ ਨੂੰ ਪਿੰਡਾਂ ਦੇ ਵਿੱਚ ਵੰਡਿਆ ਹੋਇਆ ਸੀ ਤੇ ਪਿੰਡ ਦੇ ਵਿੱਚ ਜਿਹੜੀ ਰਾਜ ਸਥਾਪਿਤ ਹੁੰਦਾ ਉਹਨੂੰ ਪੰਚਾਇਤ ਕਿਹਾ ਜਾਂਦਾ ਹੈ। ਇੱਕ ਚੀਜ਼ ਹੋਰ ਦੱਸਦਾ, ਪੰਚਾਇਤ ਹੋਵੇ, ਪਿੰਡ ਹੋਵੇ ਜਾਂ ਕੁਝ ਵੀ ਪੁੱਛਿਆ ਹੋਵੇ, ਸਭ ਤੋਂ ਛੋਟੀ ਇਕਾਈ ਜੇ ਕਿਤੇ ਆਉਂਦੀ ਹੈ ਤਾਂ ਉਹ ਕੀ ਹੁੰਦੀ ਹੈ? ਉਹ ਪਰਿਵਾਰ ਹੁੰਦੀ ਹੈ। ਇਸ ਤਰ੍ਹਾਂ ਰਾਜ ਪ੍ਰਬੰਧ ਚਲਾਇਆ ਜਾਂਦਾ ਸੀ। ਨਿਆਂ ਦੇਣ ਲਈ ਸੈਨਾ ਰੱਖੀ ਜਾਂਦੀ ਸੀ। ਜੇ ਕੋਈ ਕਿਸੇ ਤੇ ਧੱਕਾ ਕਰਦਾ ਸੀ ਤਾਂ ਸੈਨਾ ਉਸ ਦਾ ਨਿਪਟਾਰਾ ਕਰਦੀ ਸੀ। ਆਮਦਨ ਦਾ ਸਾਧਨ ਹੀ ਇਹ ਸੀ ਕਿ ਲੋਕਾਂ ਤੋਂ ਟੈਕਸ ਲਏ ਜਾਂਦੇ ਸੀ। ਜ਼ਿਆਦਾ ਟੈਕਸ ਨਹੀਂ ਲਏ ਜਾਂਦੇ ਸੀ, ਠੀਕ ਹੀ ਲਿੱਤੇ ਜਾਂਦੇ ਸੀ। ਮੇਨ ਕਮਾਈ ਕਿੱਥੋਂ ਕਰਦੇ ਸੀ? ਉਹ ਭੂਮੀ ਤੋਂ ਕਰਦੇ ਸੀ। ਇਹ ਤੁਹਾਡਾ ਰਾਜ ਪ੍ਰਬੰਧ ਹੈ ਹਰਸ਼ਵਰਧਨ ਦਾ, ਜੋ ਮੈਂ ਤੁਹਾਨੂੰ ਸਿੱਧਾ ਦੱਸਿਆ ਹੈ, ਸ਼ਾਸਨ ਪ੍ਰਬੰਧ। ਉਦੋਂ ਬਾਅਦ ਹੈ, ਇੱਕ ਮਿੰਟ ਮੈਨੂੰ ਦੇਖ ਲੈਣ ਦਿਓ ਹੋਰ ਕੀ ਹੈ ਜਿਹੜਾ ਮੈਂ ਤੁਹਾਨੂੰ ਕਰਾਤਾ। ਅੱਛਾ ਆਹ ਪੜ੍ਹ ਲਓ। ਕੁਮਾਰ ਮਾਤਿਆ ਮਹੱਤਵਪੂਰਨ ਅਫਸਰ ਬਣੇ ਰਹੇ। ਇਹਨਾਂ ਦੇ ਇਲਾਵਾ ਮੰਤਰੀ, ਦੂਤ, ਆਯੁਕਤ, ਸੈਨਾਪਤੀ ਦਾ ਵੀ ਵਰਣਨ ਕੀਤਾ ਹੈ। ਨਿਆਂ ਮਿਲਦਾ ਹੈ। ਕਰ ਬਹੁਤ ਘੱਟ ਲਗਾਏ ਜਾਂਦੇ ਸੀ, ਮਤਲਬ ਟੈਕਸ ਬਹੁਤ ਘੱਟ ਲਗਾਏ ਜਾਂਦੇ ਸੀ। ਸਾਰਾ ਤੁਹਾਨੂੰ ਸਮਝਾਤਾ ਮੈਂ। ਤੁਹਾਨੂੰ ਥੋੜ੍ਹਾ ਜਿਹਾ ਚੰਗੀ ਤਰ੍ਹਾਂ ਤਾਂ ਸਮਝਾਇਆ, ਕੁਐਸਚਨਸ 'ਚ ਚੰਗੀ ਤਰ੍ਹਾਂ ਹੀ ਪਾਉਂਗੀ। ਫਿਰ ਸਮਾਜਿਕ ਤੇ ਆਰਥਿਕ ਜੀਵਨ। ਹੁਣ ਸਮਾਜ ਬਾਰੇ ਵੀ ਸੁਣ ਲਓ, ਫਿਰ ਤੁਸੀਂ ਪਹਿਰਾ ਆਪ ਪੜ੍ਹ ਲਿਓ। ਸਮਾਜ ਬਾਰੇ ਕੀ ਚੀਜ਼ ਦੱਸੀ ਹੈ ਕਿ ਹਰਸ਼ਵਰਧਨ ਦੇ ਕਾਲ ਦੇ ਵਿੱਚ ਲੋਕ ਬੜੇ ਵਧੀਆ ਸੀ, ਸ਼ਾਂਤਮਈ ਢੰਗ ਨਾਲ ਰਹਿੰਦੇ ਸੀ, ਸਾਦਾ ਜੀਵਨ ਬਤੀਤ ਕਰਦੇ ਸੀ। ਮੁੱਖ ਤੌਰ 'ਤੇ ਸ਼ਾਕਾਹਾਰੀ ਸੀ। ਸ਼ਾਕਾਹਾਰੀ ਮਤਲਬ ਮਾਸ ਮੱਛੀ ਖਾਣ ਵਾਲੇ ਸੀ। ਮਾਸ ਮੱਛੀ ਖਾਣ ਵਾਲੇ ਨਹੀਂ ਸਨ। ਦੁੱਧ, ਘਿਓ, ਚੌਲ, ਫਲਾਂ, ਸਬਜ਼ੀਆਂ ਦੀ ਵਰਤੋਂ ਕਰਦੇ ਸਨ। ਅਮੀਰਾਂ ਦੇ ਮਕਾਨ ਬਹੁਤ ਸੋਹਣੇ ਬਣੇ ਹੁੰਦੇ ਸਨ ਅਤੇ ਜਦ ਗਰੀਬਾਂ ਦੇ ਮਕਾਨ ਸਧਾਰਨ ਅਤੇ ਕੱਚੇ ਹੁੰਦੇ ਸੀ। ਸਮਾਜ ਵਿੱਚ ਜਾਤ ਪ੍ਰਥਾ ਸਖਤ ਸੀ। ਲੋਕ ਇਮਾਨਦਾਰ ਸਨ। ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮਿਲ ਜੁੜ ਕੇ ਹੀ ਰਹਿੰਦੇ ਸਨ। ਇੱਕ ਉਹਨਾਂ ਨੂੰ ਇੱਕ ਹੋਰ ਚੀਜ਼ ਦੱਸੀ ਵੀ ਹੈ ਕਿ ਲੋਕ ਧਰਮਾਂ ਨੂੰ ਪਿਆਰ ਨਾਲ ਰਹਿੰਦੇ ਸਨ, ਇੱਕ ਦੂਜੇ ਦਾ ਆਦਰ ਕਰਦੇ ਸਨ। ਬਿਹਾਰ ਵਿੱਚ ਨਾਲੰਦਾ ਵਰਡ ਹੈ, ਜਿੱਥੇ ਮੈਂ ਉੱਥੇ ਆਈ ਹਾਂ। ਨਾਲੰਦਾ ਇਸ ਸਮੇਂ ਵਿਸ਼ਵ ਵਿਦਿਆਲਿਆ ਸੀ। ਇਹ ਤੁਹਾਨੂੰ ਕੁਐਸਚਨ ਵੀ ਆ ਸਕਦਾ ਹੈ ਕਿ ਇਸ ਸਮੇਂ ਵਿਸ਼ਵ ਵਿਦਿਆਲਿਆ ਕਿਹੜੀ ਸੀ? ਤੁਸੀਂ ਕਹੋਗੇ ਨਾਲੰਦਾ। ਇਹ ਗਿਆਨ ਪ੍ਰਾਪਤੀ ਦਾ ਮਹਾਨ ਕੇਂਦਰ ਸੀ, ਜਿੱਥੇ ਦੇਸ਼ ਵਿਦੇਸ਼ ਤੋਂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਸਨ। ਹਿਊਨ ਸਾਂਗ ਨੇ ਵੀ ਕੁਝ ਸਮੇਂ ਤੱਕ ਇੱਥੇ ਸਿੱਖਿਆ ਪ੍ਰਾਪਤ ਕੀਤੀ ਸੀ। ਹਰਸ਼ਵਰਧਨ ਨੇ ਲਗਭਗ 200 ਪਿੰਡਾਂ ਦੀ ਆਮਦਨ ਵਿੱਚ ਵਿਸ਼ਵ ਵਿਦਿਆਲਿਆ ਨੂੰ ਦਾਨ ਕੀਤਾ ਸੀ। ਲਾਸਟ ਹੈ, ਹਰਸ਼ਵਰਧਨ ਦੀ ਮੌਤ ਤੋਂ ਬਾਅਦ ਉਹਨਾਂ ਦਾ ਜਿਹੜਾ ਰਾਜ ਹੈ ਉਹ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ। ਤੁਹਾਨੂੰ ਮੈਂ ਕੁਐਸਚਨ ਸੈਂਡ ਕਰੂੰਗੀ, ਤੁਸੀਂ ਉਹ ਤੋਂ ਕਾਪੀ 'ਤੇ ਉਤਾਰ ਲੈਣਾ। ਜਿਹੜੇ ਤੁਹਾਨੂੰ ਯਾਦ ਕਰਨ ਯੋਗ ਦੱਸੇ ਵੇ ਆ ਇਹਨਾਂ ਨੂੰ ਪੜ੍ਹ ਲਿਓ। ਥੈਂਕ ਯੂ ਬੇਟਾ। ਆਹ ਤੁਹਾਡੀ ਐਕਸਰਸਾਈਜ਼ ਹੈ ਜਿਹੜੀ ਮੈਂ ਤੁਹਾਨੂੰ ਭੇਜੂੰਗੀ।